ਭਾਂਡਾ ਹੱਛਾ ਸੋਏ ਜੋ ਤੁਧ ਭਾਵਸੀ, ਪਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਆਓ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਆਪਣੇ ਭਾਂਡੇ ਨੂੰ ਮਾਂਜਣ ਵਾਸਤੇ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ। ਇਹ ਮਨ ਦਾ ਭਾਂਡਾ ਕਿਤੇ ਮਾਂਜਿਆ ਜਾਏ, ਇਸ ਦੀ ਮਲੀਨਤਾ ਕਿਤੇ ਦੂਰ ਹੋ ਜਾਏ। ਇਸ ਕਰਕੇ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਬੜੇ ਪਿਆਰ ਨਾਲ ਟਿੱਕੇ ਜਿਤਨਾ ਵੀ ਸਮਾਂ ਬਚਿਆ, ਇਸ ਸਮੇਂ ਵਿੱਚ ਰਹਿ ਕੇ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕੀਏ। ਸਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਲੋਂ ਬਖਸ਼ੀ ਫਤਿਹ ਦੇ ਨਾਲ ਪਾਈਏ ਸਾਂਝ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੀ ਹੀ ਸੰਗਤ ਜਿਤਨੀ ਵੀ ਜੁੜ ਬੈਠੇ ਹੋ, ਆਪ ਜੀ ਅੰਦਰ ਬਾਹਰ ਜਿਤਨੀ ਵੀ ਸੰਗਤ ਜੁੜ ਬੈਠੇ ਹੋ, ਸਾਰੇ ਹੀ ਗੱਜ ਕੇ ਫਤਿਹ ਪ੍ਰਵਾਨ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦੋ ਚੀਜ਼ਾਂ ਬਹੁਤ ਹੀ ਕੀਮਤੀ ਜਿਹੜੀਆਂ ਨੇ, ਇਹ ਸਤਿਗੁਰੂ ਨੇ ਸਾਡੇ ਜੀਵਨ ਵਿੱਚ, ਸਾਡੀ ਝੋਲੀ ਵਿੱਚ ਪਾਈਆਂ ਨੇ। ਉਹ ਦੋ ਚੀਜ਼ਾਂ ਹਨ, ਇੱਕ ਸੇਵਾ ਤੇ ਇੱਕ ਸਿਮਰਨ। ਇਹ ਦੋ ਵਸਤੂਆਂ ਸਤਿਗੁਰੂ ਨੇ ਸਿੱਖ ਦੀ ਝੋਲੀ ਵਿੱਚ ਪਾਈਆਂ ਨੇ। ਜਿਵੇਂ ਪੰਛੀ ਨੂੰ ਉਡਣ ਦੇ ਵਾਸਤੇ, ਉਡਾਰੀ ਮਾਰਨ ਵਾਸਤੇ ਬਹੁਤ ਲੰਮੀ ਆਕਾਸ਼ ਦੇ ਅੰਦਰ ਦੋ ਆਪਣੇ ਪੰਖਾਂ ਦੀ ਜ਼ਰੂਰਤ ਹੁੰਦੀ ਹੈ, ਇਸੇ ਤਰ੍ਹਾਂ ਮਨੁੱਖ ਨੂੰ ਜੀਵਨ ਦੇ ਵਿੱਚ ਆਪਣੀ ਸੁਰਤ ਦੀ ਉਡਾਰੀ ਦੇ ਵਾਸਤੇ ਇਹ ਦੋ ਚੀਜ਼ਾਂ ਦੀ ਬੜੀ ਜ਼ਰੂਰਤ ਹੈ, ਸੇਵਾ ਤੇ ਸਿਮਰਨ। ਜਾਂ ਇੰਜ ਆਪਾਂ ਕਹਿ ਲਈਏ ਵੀ ਤਨ ਕਰਕੇ ਸੇਵਾ ਤੇ ਮਨ ਕਰਕੇ ਸਿਮਰਨ। ਸ਼ਾਇਦ ਗੱਲ ਆਪ ਜੀ ਦੀ ਸਮਝ ਵਿੱਚ ਆਈ ਹੋਵੇਗੀ। ਤਨ ਕਰਕੇ ਸੇਵਾ ਤੇ ਮਨ ਕਰਕੇ ਸਿਮਰਨ। ਜੇ ਸਾਡੇ ਕੋਲ ਸੇਵਾ ਹੈ, ਸੇਵਾ ਦੀ ਦਾਤ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਈ ਹੈ, ਤੇ ਸਿਮਰਨ ਨਹੀਂ, ਫਿਰ ਵੀ ਮਨੁੱਖ ਅਸੀਂ ਅਧੂਰੇ ਹਾਂ। ਜੇ ਸਿਮਰਨ ਹੈ ਤੇ ਸਾਡੇ ਕੋਲ ਸੇਵਾ ਨਹੀਂ, ਤਾਂ ਵੀ ਅਸੀਂ ਅਧੂਰੇ ਹਾਂ। ਇਹ ਦੋਵੇਂ ਦਾਤਾਂ, ਦੋਵੇਂ ਚੀਜ਼ਾਂ ਸਿੱਖ ਦੇ ਕੋਲ ਹੋਣ, ਜੀਵਨ ਦੇ ਵਿੱਚ ਹੋਣ, ਤਾਂ ਸਾਡੀ ਸੁਰਤ ਜਿਹੜੀ ਹੈ ਉਹ ਉਡਾਰੀ ਮਾਰ ਸਕਦੀ ਹੈ। ਉਸ ਮਾਲਕ ਦੇ ਘਰ ਦੇ ਵਿੱਚ ਪਾਤਸ਼ਾਹ ਨੇ ਕਿਹਾ ਇਹ ਸੇਵਾ ਤੇ ਸਿਮਰਨ ਬਹੁਤ ਜ਼ਰੂਰੀ ਹੈ। ਬੜੇ ਪਿਆਰੇ ਬਚਨ ਪੜ੍ਹਦੇ ਹੋ ਕਿਸੇ ਦੇ, ਸੇਵਾ ਤੇ ਸਿਮਰਨ ਬਖਸ਼ੀ ਮੈਨੂੰ ਗੁਰ ਮੇਰਿਆ। ਬਸ ਸਿੱਖ ਨੇ ਅਰਦਾਸ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰਨੀ ਹੈ ਵੀ ਸਤਿਗੁਰੂ ਸੇਵਾ ਤੇ ਸਿਮਰਨ ਦੀ ਦਾਤ ਸਾਡੀ ਝੋਲੀ ਵਿੱਚ ਪਾਇਓ। ਸਿੱਖ ਧਰਮ ਦੇ ਅੰਦਰ ਸੇਵਾ ਦੀ ਬਹੁਤ ਪ੍ਰਧਾਨਤਾ ਹੈ। ਜਾਂ ਇੰਝ ਕਹਿ ਲੋ, ਗੁਰ ਇਤਿਹਾਸ ਦੇ ਵਿੱਚ ਜਦੋਂ ਆਪਾਂ ਝਾਤ ਮਾਰਦੇ ਆ, ਜਦੋਂ ਵੀ ਗੁਰ ਤਾਂ ਗੱਦੀ ਦੇ ਉੱਤਰਾਧਿਕਾਰੀ ਦੀ ਚੋਣ ਆਈ ਤੇ ਸੱਚ ਜਾਣਨਾ ਸਭ ਤੋਂ ਪਹਿਲਾਂ ਜਿਹੜਾ ਮੁੱਖ ਅੰਗ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਰੱਖਿਆ, ਉਹ ਕੇਵਲ ਸੇਵਾ ਰੱਖਿਆ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਬਹੁਤ ਲੰਮਾ ਸਮਾਂ ਸੇਵਾ ਕਰਦੇ ਨੇ, ਤੇ ਭਾਈ ਲਹਿਣੇ ਤੋਂ ਫਿਰ ਗੁਰੂ ਅੰਗਦ ਬਣਦੇ ਨੇ। ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਦਰ ਤੇ ਕਿਤਨੇ ਸਾਲ ਗਾਗਰ ਢੋਈ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਜੀ ਨੇ, ਬਾਬਾ ਅਮਰਦਾਸ ਜਦੋਂ ਸਨ, ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ। ਸੇਵਾ ਕਰ ਕਰਕੇ ਧੰਨ ਬਾਬਾ ਅਮਰਦਾਸ ਜੀ ਪ੍ਰਵਾਨ ਹੋਏ, ਗੁਰੂ ਅਮਰਦਾਸ ਜੀ ਬਣੇ। ਜਦੋਂ ਫਿਰ ਅੱਗੋਂ ਗੱਲ ਆਈ ਤੇ ਭਾਈ ਜੇਠਾ ਜੀ ਸਿਰ ਤੇ ਟੋਕਰੀ ਚੱਕ ਕੇ, ਭਾਵੇਂ ਰਿਸ਼ਤੇਦਾਰਾਂ ਨੇ ਮਿਹਣੇ ਮਾਰੇ ਵੀ ਘਰ ਦਾ ਜਵਾਈ ਹੋ ਕੇ ਸਿਰ ਤੇ ਇਹ ਗੰਦ ਦੇ ਟੋਕਰੇ ਢੋਂਦਾ ਪਿਆ, ਤੇ ਭਾਈ ਜੇਠਾ ਜੀ ਨੇ ਆਖਿਆ ਤੁਹਾਨੂੰ ਇਹ ਟੋਕਰੇ ਦਿਸਦੇ ਹੋਣਗੇ। ਬਾਬਾ ਅਮਰਦਾਸ ਜੀ ਨੇ ਕਿਹਾ ਇਹ ਤੇ ਸਿਰ ਤੇ ਮੈਨੂੰ ਦਿਸਦਾ ਭਾਈ ਜੇਠੇ ਦੇ ਛਤਰ ਝੂਲਦਾ ਪਿਆ ਹੈ।
ਉਹ ਛਤਰ ਝੁਲਿਆ ਉਹੀ ਭਾਈ ਜੇਠਾ ਜੀ ਜਿਹਨੂੰ ਲੋਕ ਅਨਾਥ ਕਹਿੰਦੇ ਸਨ। ਸੇਵਾ ਤੇ ਸਿਮਰਨ ਦੀ ਦਾਤ ਨੇ ਭਾਈ ਜੇਠਾ ਜੀ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਬਣਾਇਆ। ਕਹਿਣ ਤੋਂ ਭਾਵ ਇਹ ਸਤਿਗੁਰੂ ਜੀ ਦੇ ਦਰ ਤੇ ਸਾਨੂੰ ਜੋ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਈ ਹੈ ਸੇਵਾ ਤੇ ਸਿਮਰਨ। ਮੈਂ ਕੇਵਲ ਜ਼ਿਕਰ ਕਰਨਾ ਜਿਤਨੀ ਪਾਤਸ਼ਾਹ ਮਹਾਰਾਜ ਜੀ ਨੇ ਸੁਮਤ ਦਿੱਤੀ ਹੈ ਉਸ ਭਾਂਡੇ ਚੋਂ ਮੈਂ ਗੱਲ ਕਰਨੀ ਹੈ। ਜਿੱਥੋਂ ਤੱਕ ਮੈਨੂੰ ਸਮਝ ਆਈ 4 ਪ੍ਰਕਾਰ ਦੀ ਮੈਂ ਸੇਵਾ ਬਾਣੀ ਚੋਂ ਦਰਸ਼ਨ ਕੀਤੇ ਨੇ ਵੀ 4 ਪ੍ਰਕਾਰ ਦੀ ਸੇਵਾ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਆਪਾਂ ਬਾਣੀ ਤੇ ਇਤਿਹਾਸ ਦੇ ਆਧਾਰ ਤੇ ਆਪਾਂ ਗੱਲ ਕਰਨੀ ਹੈ, ਵਿਚਾਰ ਕਰਨੀ ਹੈ। ਹੁਣ ਧਿਆਨ ਨਾਲ ਸਰਵਣ ਕਰਨਾ ਪਿਆਰਿਓ। ਪਹਿਲੀ ਜਿਹੜੀ ਸੇਵਾ ਹੈ ਪਹਿਲੀ ਪ੍ਰਕਾਰ ਦੀ ਉਹ ਹੈ ਰੱਬ ਦੀ ਸੇਵਾ। ਦੂਜੀ ਸੇਵਾ ਹੈ ਗੁਰੂ ਦੀ ਸੇਵਾ। ਤੀਜੀ ਸੇਵਾ ਹੈ ਗੁਰੂ ਦੇ ਪਿਆਰਿਆਂ ਦੀ ਗੁਰਸਿੱਖਾਂ ਦੀ ਸੇਵਾ। ਤੇ ਚੌਥੀ ਸੇਵਾ ਹੈ ਮਾਨਵਤਾ ਦੀ ਸੇਵਾ। ਇਹ ਬਾਣੀ ਤੇ ਇਤਿਹਾਸ ਚੋਂ ਆਪਾਂ ਦਰਸ਼ਨ ਕਰਨੇ ਨੇ। ਸੇਵਾ ਕਿੰਨੇ ਪ੍ਰਕਾਰ ਦੀ? 4 ਪ੍ਰਕਾਰ ਦੀ। ਪਹਿਲੀ ਰੱਬ ਦੀ ਸੇਵਾ, ਦੂਜੀ ਗੁਰੂ ਦੀ ਸੇਵਾ, ਤੀਜੀ ਰੱਬ ਦੇ ਪਿਆਰਿਆਂ ਗੁਰਸਿੱਖਾਂ ਦੀ ਸੇਵਾ ਤੇ ਚੌਥੀ ਮਾਨਵਤਾ ਦੀ ਸੇਵਾ। ਕਿਉਂਕਿ ਸੇਵਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਾਣੀ ਵਿੱਚ ਆਪਾਂ ਅਣਗਿਣਤ ਬਚਨ ਪੜ੍ਹਦੇ ਹਾਂ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਆਪਣੀ ਰਸਨਾ ਨੂੰ ਪਵਿੱਤਰ ਕਰੋ, ਪੜੋ ਨਾਲ ਨਾਲ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਜਾਏ। ਇੰਦੀ ਵਿਚਾਰ ਆਪਾਂ ਥੋੜਾ ਬਾਅਦ ਵਿੱਚ ਕਰਾਂਗੇ। ਪਾਤਸ਼ਾਹ ਨੇ ਕਿਹਾ ਤੈਨੂੰ ਹਰ ਇੱਕ ਚੀਜ਼ ਗੁਰੂ ਦੇ ਦਰ ਤੋਂ ਪ੍ਰਾਪਤ ਹੋਵੇਗੀ। ਜੋ ਮੰਗੇਗਾ ਮਿਲੇਗਾ, ਪਰ ਤੈਨੂੰ ਸੇਵਾ ਕਰਨੀ ਪੈਣੀ ਹੈ। 4 ਪ੍ਰਕਾਰ ਦੀ ਸੇਵਾ ਦਾ ਅੱਜ ਆਪਾਂ ਜ਼ਿਕਰ ਕੀਤਾ ਹੈ। ਪਹਿਲੀ ਸੇਵਾ ਹੈ ਰੱਬ ਦੀ ਸੇਵਾ। ਪਰ ਗੁਰਮੁਖੋ ਅੱਜ ਦੇ ਜਿਹੜੇ ਬੱਚੇ ਨੇ ਕਹਿਣਗੇ, ਨੌਜਵਾਨ ਕਹਿਣਗੇ ਰੱਬ ਤੇ ਦਿਸਦਾ ਨਹੀਂ। ਹੁਣ ਗੁਰੂ ਘਰ ਅਸੀਂ ਆਉਂਦੇ ਆ, ਸੇਵਾ ਕਰਦੇ ਆ, ਪਰ ਰੱਬ ਤੇ ਦਿਸਦਾ ਨਹੀਂ। ਰੱਬ ਦੀ ਸੇਵਾ ਅਸੀਂ ਕਿਵੇਂ ਕਰੀਏ? ਹਰ ਕੀ ਚਾਹੁੰਦਾ ਮੈਨੂੰ ਇਹ ਦਾਤ ਮਿਲੇ, ਪਰ ਰੱਬ ਦੀ ਸੇਵਾ ਕਰੀਏ ਕਿਵੇਂ? ਰੱਬ ਦੀ ਸੇਵਾ ਹਰ ਕੋਈ ਕਰਨਾ ਚਾਹੁੰਦਾ ਹੈ, ਮਾਲਕ ਦੀ, ਪਰਮਾਤਮਾ ਦੀ। ਪਰ ਪਰਮਾਤਮਾ ਦਾ ਕੋਈ ਸਰੂਪ ਨਹੀਂ, ਕੋਈ ਰੂਪ ਨਹੀਂ, ਕੋਈ ਰੰਗ ਨਹੀਂ। ਪਰਮਾਤਮਾ ਦੀ ਸੇਵਾ ਕਿਵੇਂ ਕੀਤੀ ਜਾਏ? ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਆਜੋ ਆਪਾਂ ਦਰਸ਼ਨ ਕਰੀਏ। ਬਾਣੀ ਦੇ ਆਧਾਰ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਆਉਂਦਾ ਹੈ। ਥਿੱਤੀ ਗੌੜੀ ਮਹਿਲਾ 5ਵਾਂ ਦੇ ਸਿਰਲੇਖ ਹੇਠ ਦਰਜ ਹੈ 299 ਅੰਗ ਦੇ ਉੱਤੇ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਜੇ ਰੱਬ ਦੀ ਸੇਵਾ ਕਰਨੀ ਹੈ ਸੁਣ ਰੱਬ ਦੀ ਸੇਵਾ ਕੀ ਹੈ। ਕਹਿੰਦੇ ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ। ਟਹਿਲ ਕਹਿੰਦੇ ਨੇ ਸੇਵਾ ਨੂੰ। ਜੇ ਕੋਈ ਰੱਬ ਦੀ ਸੇਵਾ ਕਰਨੀ ਚਾਹੁੰਦਾ ਹੈ ਤੇ ਉਹ ਪ੍ਰਮਾਤਮਾ ਦਾ ਨਾਮ ਜਪੇ। ਪ੍ਰਮਾਤਮਾ ਦਾ ਨਾਮ ਜਪਣਾ ਹੀ ਰੱਬ ਦੀ ਪ੍ਰਮਾਤਮਾ ਦੀ ਸੇਵਾ ਹੈ। ਹਰ ਕੀ ਟਹਿਲ ਕਮਾਵਣੀ ਭਾਵ ਗੁਰੂ ਦੀ ਰੱਬ ਦੀ ਟਹਿਲ ਕਮਾਉਣੀ ਹੈ, ਭਾਵ ਸੇਵਾ ਕਮਾਉਣੀ ਹੈ। ਤੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਜਪੀਐ ਪ੍ਰਭ ਕਾ ਨਾਮ। ਤੇ ਪ੍ਰਭੂ ਦਾ ਤੁਸੀਂ ਨਾਮ ਜਪੋ, ਪਰਮਾਤਮਾ ਦਾ ਸਿਮਰਨ ਕਰੋ। ਇਹ ਹੈ ਪਰਮਾਤਮਾ ਦੀ ਸੇਵਾ। ਗੁਰਮੁਖੋ ਪਹਿਲੀ ਪ੍ਰਕਾਰ ਦੀ ਸੇਵਾ ਹੈ ਰੱਬ ਦੀ ਸੇਵਾ ਤੇ ਦੂਸਰੀ ਸੇਵਾ ਹੈ ਗੁਰੂ ਦੀ ਸੇਵਾ। ਹੁਣ ਗੁਰੂ ਦੀ ਸੇਵਾ 2 ਪ੍ਰਕਾਰ ਦੀ ਹੈ। ਇੱਕ ਤਾਂ ਆਪਾਂ ਜੋ ਗੁਰੂ ਦੀ ਸੇਵਾ ਸੰਭਾਲ ਕਰਨੀ ਸਰੀਰਕ ਤੌਰ ਤੇ, ਗੁਰੂ ਘਰ ਆਏ, ਗੁਰੂ ਘਰ ਵਿੱਚ ਸੇਵਾ ਕਰਨੀ ਕਿਸੇ ਵੀ ਪ੍ਰਕਾਰ ਦੀ, ਭਾਵੇਂ ਭਾਂਡੇ ਮਾਂਜਣ ਦੀ ਹੈ, ਜੋੜੇ ਝਾੜਨ ਦੀ ਹੈ, ਭਾਵੇਂ ਉਹ ਗੁਰੂ ਘਰ ਦੇ ਦਰਬਾਰ ਸਾਹਿਬ ਦੀ ਹੈ, ਭਾਵੇਂ ਬਾਹਰ ਦੀ ਹੈ, ਝਾੜੂ ਦੀ ਹੈ, ਪੋਚੇ ਦੀ ਹੈ, ਕੋਈ ਵੀ ਸੇਵਾ ਹੈ ਸਰੀਰ ਕਰਕੇ ਸੇਵਾ ਨੂੰ ਸੰਭਾਲਣਾ ਹੈ। ਤੇ ਦੂਸਰੀ ਗੁਰੂ ਦੀ ਸੇਵਾ ਕੀ ਹੈ? ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਗੁਰੂ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ। ਭਾਈ ਜੇ ਗੁਰੂ ਦੀ ਸੇਵਾ ਕਰਨੀ ਕੀ ਹੈ? ਗੁਰੂ ਕੀ ਟਹਿਲ, ਗੁਰੂ ਕੀ ਆਗਿਆ, ਗੁਰੂ ਕੀ ਸੇਵਾ, ਗੁਰੂ ਕੀ ਆਗਿਆ ਮਨ ਭਾਣੀ। ਗੁਰੂ ਦੀ ਜਿਹੜੀ ਆਗਿਆ ਹੈ ਨਾ, ਜੋ ਗੁਰੂ ਦਾ ਹੁਕਮ ਹੈ ਉਹ ਜੀਵਨ ਵਿੱਚ ਸਤ ਕਰਕੇ ਮਨ,
ਉਹ ਸਤ ਕਰਕੇ ਪ੍ਰਵਾਨ ਕਰ। ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਪਣੇ ਅਖੀਰਲੇ ਸਮੇਂ ਸਤਿਗੁਰੂ ਮਹਾਰਾਜ ਧਰਮ ਦੀ ਕੀਰਤ ਕਰਦੇ ਆ, ਖੇਤੀ ਦਾ ਕੰਮ ਕਰਦੇ ਨੇ ਸਤਿਗੁਰੂ ਮਹਾਰਾਜ, ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਆਪਣੇ ਖੇਤਾਂ ਦੇ ਵਿੱਚ ਜਦੋਂ ਫਸਲ ਦੇ ਵਿੱਚੋਂ ਘਾਹ ਪੁੱਟ ਰਹੇ ਸਨ, ਤੇ ਕਹਿੰਦੇ ਨੇ ਉਹ ਘਾਹ ਤੇ ਫਸਲ ਜਿਹੜੀ ਇੱਕ ਬਰਾਬਰ ਦੀ ਹੁੰਦੀ, ਪਤਾ ਨਹੀਂ ਲੱਗਦਾ ਨਦੀਨ ਦਾ ਤੇ ਫਸਲ ਦਾ, ਤੇ ਪਾਤਸ਼ਾਹ ਮਹਾਰਾਜ ਪੁੱਟ ਰਹੇ ਸਨ ਘਾਹ ਨਦੀਨ, ਤੇ ਭਾਈ ਲਹਿਣਾ ਜੀ ਜਿਹੜੇ ਨੇ ਗੁਰੂ ਅੰਗਦ ਪਾਤਸ਼ਾਹ ਇਹ ਖੇਤਾਂ ਵਿੱਚ ਚਲੇ ਗਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਤੇ ਸੇਵਾ ਕਰਨ ਦੀ ਭਾਵਨਾ ਸੀ ਭਾਈ ਲਹਿਣਾ ਜੀ ਦੇ ਹਿਰਦੇ ਵਿੱਚ। ਇਹਨਾਂ ਨੇ ਨਾ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਉਹ ਘਾਹ ਪੁੱਟਣਾ ਸ਼ੁਰੂ ਕਰ ਦਿੱਤਾ, ਪਰ ਇਹਨਾਂ ਨੂੰ ਪਤਾ ਨਹੀਂ ਸੀ ਘਾਹ ਤੇ ਫਸਲ ਦੇ ਵਿੱਚ ਫਰਕ ਦਾ, ਕਿਉਂਕਿ ਮੱਤੇ ਦੀ ਸਰਾਂ ਭਾਈ ਲਹਿਣਾ ਜੀ ਦੁਕਾਨ ਦਾ ਕੰਮ ਕਰਦੇ ਨੇ, ਕਰਿਆਨੇ ਦੀ ਦੁਕਾਨ ਹੈ ਇਹਨਾਂ ਦੀ, ਫਸਲ ਦਾ ਪਤਾ ਨਹੀਂ ਸੀ। ਭਾਈ ਲਹਿਣਾ ਜੀ ਨੇ ਕੀ ਕੀਤਾ, ਉਹ ਨਦੀਨ ਦੀ ਜਗ੍ਹਾ ਤੇ ਜੋ ਫਸਲ ਪੁੱਟਣੀ ਸ਼ੁਰੂ ਕਰ ਦਿੱਤੀ। ਗੁਰੂ ਨਾਨਕ ਸਾਹਿਬ ਜੀ ਨੇ ਵੇਖ ਲਿਆ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਲਹਿਣਾ ਜੀ ਕੀ ਕਰਦੇ ਹੋ? ਤੇ ਗੁਰੂ ਅੰਗਦ ਪਾਤਸ਼ਾਹ ਭਾਈ ਲਹਿਣਾ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਮੈਂ ਵੀ ਜੋ ਇਹਦੇ ਵਿੱਚੋਂ ਘਾਹ ਪੁੱਟ ਰਿਹਾ। ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਕਹਿੰਦੇ ਜੇ ਨਹੀਂ ਪਤਾ ਕਿਸੇ ਚੀਜ਼ ਦਾ ਤੇ ਗੁਰੂ ਤੋਂ ਪੁੱਛ ਲੈਣਾ ਚਾਹੀਦਾ ਹੈ, ਗੁਰੂ ਤੋਂ ਫਿਰ ਪੁੱਛ ਕੇ ਕੰਮ ਕਰਨਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਿੱਖਿਆ ਦਿੱਤੀ ਭਾਈ ਲਹਿਣਾ ਜੀ ਜੇ ਜੀਵਨ ਵਿੱਚ ਕਿਸੇ ਗੱਲ ਦਾ ਨਾ ਪਤਾ ਹੋਵੇ ਨਾ ਤੇ ਗੁਰੂ ਕੋਲੋਂ ਪੁੱਛ ਲੈਣਾ ਚਾਹੀਦਾ ਹੈ। ਕਹਿਣ ਤੋਂ ਭਾਵ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਿਆ ਦਿੱਤੀ ਵੀ ਭਾਈ ਜੀਵਨ ਵਿੱਚ ਜਦੋਂ ਵੀ ਕੋਈ ਕਰਮ ਕਰਨਾ ਹੈ ਨਾ ਇਹ ਆਪਣੇ ਗੁਰੂ ਤੋਂ ਪੁੱਛ ਕੇ ਕਰਨਾ ਹੈ ਵੀ ਸਤਿਗੁਰੂ ਜੀ ਹੁਕਮ ਕਰੋ ਇਹ ਕੰਮ ਮੇਰੇ ਵਾਸਤੇ ਸਹੀ ਹੈ ਜਾਂ ਗਲਤ ਹੈ, ਮੇਰੇ ਵਾਸਤੇ ਨੁਕਸਾਨ ਹੈ ਜਾਂ ਫਾਇਦਾ ਹੈ, ਇਹ ਅਸੀਂ ਗੁਰੂ ਤੋਂ ਪੁੱਛ ਕੇ ਕਰਨਾ ਹੈ। ਇਹ ਸਾਨੂੰ ਪਾਤਸ਼ਾਹ ਨੇ ਸਾਖੀ ਦੇ ਰਾਹੀਂ ਸਾਨੂੰ ਸਿੱਖਿਆ ਦਿੱਤੀ ਹੈ। ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਮਨ ਭਾਣੀ, ਗੁਰੂ ਦੀ ਆਗਿਆ ਨੂੰ ਮੰਨਣਾ ਹੀ ਜੀਵਨ ਵਿੱਚ ਗੁਰੂ ਦੀ ਸੇਵਾ ਹੈ। ਜਿੱਥੇ ਸਰੀਰ ਕਰਕੇ ਸੰਭਾਲ ਕਰਨੀ ਆਪਾਂ ਉੱਥੇ ਨਾਲ ਹੀ ਗੁਰੂ ਦੀ ਆਗਿਆ ਨੂੰ ਵੀ ਮੰਨਣਾ ਹੈ। ਤੇ ਤੀਸਰੇ ਪ੍ਰਕਾਰ ਦੀ ਗੁਰਮੁਖੋ ਸੇਵਾ ਹੈ ਗੁਰਸਿੱਖਾਂ ਦੀ ਸੇਵਾ, ਗੁਰੂ ਦੇ ਪਿਆਰਿਆਂ ਦੀ ਸੇਵਾ। ਉਹ ਕਿਵੇਂ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਮੈਂ ਘਟਨਾ ਸਾਂਝੀ ਕਰਾਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਉਹਨਾਂ ਦੀ ਬੇਟੀ ਦਾ ਧੀ ਦਾ ਬੀਬੀ ਵੀਰੋ ਜੀ ਦੀ ਜਦੋਂ ਸ਼ਾਦੀ ਸੀ, ਵਿਆਹ ਸੀ, ਤੇ ਕਹਿੰਦੇ ਨੇ ਸੰਗਤ ਦੂਰੋਂ ਆਈ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਾਤ ਦਾ ਸਮਾਂ ਹੋ ਗਿਆ, ਸਤਿਗੁਰੂ ਜੀ ਦੇ ਵਿਸ਼ਰਾਮ ਦਾ ਸਮਾਂ ਆ ਗਿਆ, ਤੇ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਸੰਗਤਾਂ ਆਈਆਂ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਨੇ। ਪਰ ਹੋਇਆ ਕਿ ਸੰਗਤਾਂ ਦਰਸ਼ਨ ਨਾ ਕਰ ਸਕੀਆਂ ਤੇ ਮਹਾਰਾਜ ਜੀ ਦੇ ਜੋ ਵਿਸ਼ਰਾਮ ਘਰ ਸੀ ਉੱਥੇ ਚਲੀਆਂ ਗਈਆਂ। ਪਾਤਸ਼ਾਹ ਦੇ ਦਰਸ਼ਨ ਕੀਤੇ, ਉਧਰ ਲੰਗਰ ਦੀ ਸਮਾਪਤੀ ਹੋ ਚੁੱਕੀ ਸੀ। ਸਤਿਗੁਰੂ ਮਹਾਰਾਜ ਨੇ ਕਿਹਾ ਸਿੱਖੋ ਸੰਗਤ ਜੀ ਜਾਓ ਹੁਣ ਤੁਸੀਂ ਜਾ ਕੇ ਲੰਗਰ ਛਕੋ, ਆਰਾਮ ਕਰੋ, ਜਦੋਂ ਸਵੇਰੇ ਦੀਵਾਨ ਲੱਗਣਗੇ ਨਾ ਆਪਾਂ ਸਾਰੇ ਮਿਲਾਂਗੇ, ਬੈਠ ਕੇ ਗੱਲਾਂ ਬਾਤਾਂ ਕਰਾਂਗੇ। ਸੰਗਤ ਨੇ ਕਿਹਾ ਸਤਿਗੁਰੂ ਜੀ ਸਤ ਬਚਨ। ਸੰਗਤ ਜਦੋਂ ਲੰਗਰ ਵੱਲ ਗਈਆਂ ਗੁਰਮੁਖੋ ਤੇ ਲੰਗਰ ਦੀ ਵਾਧਾ ਪੈ ਗਿਆ, ਸਮਾਪਤੀ ਹੋ ਗਈ। ਤੇ ਕਿਸੇ ਨੇ ਆਖਿਆ ਵੀ ਉੱਥੇ ਨਾ ਮਠਾਈ ਤਿਆਰ ਹੁੰਦੀ ਪਈ ਹੈ, ਬੀਬੀ ਵੀਰੋ ਜੀ ਦੀ ਸ਼ਾਦੀ ਹੈ ਤੇ ਉੱਥੇ ਜੋ ਮਠਿਆਈ ਤਿਆਰ ਹੋ ਰਹੀ ਹੈ ਤੁਸੀਂ ਜਾ ਕੇ ਮਠਿਆਈ ਛਕ ਲਓ। ਹੁਣ ਜਦੋਂ ਸੰਗਤ ਜਿਹੜੀ ਦੂਰੋਂ ਆਈ ਸੀ ਉਹ ਜਾ ਕੇ ਮਠਿਆਈ ਛਕਣ ਲੱਗੀ ਨਾ ਤੇ ਅੱਗੇ ਬੀਬੀ ਦਾਮੋਦਰੀ ਜੀ ਬੈਠੇ ਨੇ ਡਾਂਗ ਲੈ ਕੇ, ਉਹਨਾਂ ਦੇ ਹੱਥ ਵਿੱਚ ਸੋਟੀ ਹੈ। ਉਹਨਾਂ ਨੇ ਆਖਿਆ ਸੰਗਤ ਨੇ ਮਾਤਾ ਜੀ ਵੀ ਲੰਗਰ ਛਕਣਾ ਹੈ, ਤੇ ਮਾਤਾ ਜੀ ਨੇ ਆਖਿਆ ਵੀ ਸੰਗਤ ਜੀ ਇਹ ਤੇ ਮਠਿਆਈ ਜਿਹੜੀ ਹੈ ਨਾ ਇਹ ਤੁਹਾਡੇ ਵਾਸਤੇ ਨਹੀਂ, ਇਹ ਸੰਗਤ ਵਾਸਤੇ ਨਹੀਂ, ਇਹ ਮਠਿਆਈ ਤੇ ਬਰਾਤ ਦੀ ਸੇਵਾ ਵਾਸਤੇ ਹੈ। ਜਿਵੇਂ ਆਪਾਂ ਘਰਾਂ ਵਿੱਚ ਕਹਿ ਦਿੰਦੇ ਹਾਂ ਰਿਸ਼ਤੇਦਾਰ ਆਏ ਹੁੰਦੇ ਨੇ ਤੇ ਕਈ ਵਾਰ ਕਹਿ ਦਿੰਦੇ ਹਾਂ ਸਹਿ ਸੁਭਾਅ, ਕਈਆਂ ਦਾ ਸੁਭਾਅ ਹੁੰਦਾ ਹੈ ਮਾਤਾਵਾਂ ਭੈਣਾਂ ਦਾ ਜਾਂ ਬਜ਼ੁਰਗਾਂ ਦਾ ਸੁਭਾਅ ਦੀ ਗੱਲ ਹੈ ਵੀ ਇਹ ਬਰਾਤ ਦੀ ਸੇਵਾ ਵਾਸਤੇ ਹੈ, ਇਹ ਮੇਲ ਵਾਸਤੇ ਨਹੀਂ।
ਤੇ ਇਸੇ ਤਰ੍ਹਾਂ ਬੀਬੀ दामोदरी जी ने बचन कर दिता भी ये जिहड़ी है मठियाई, ये सेवा, ये बरात की सेवा वास्ते है, संगत वास्ते नहीं। संगत चुपचाप भी माता जी ने बचन करता, संगत चुपचाप होके जाके आराम किया, भुखी सो गई। सवेर हुई, दीवान सजिया, पता लग गया गुरु हरगोबिंद साहिब महाराज नूं भी संगत जिहड़ी है भुखी सुती है। ते संगत नूं बीबी दामोदरी जी ने बचन किया ते ख्याल करना। वेखो गुरसिखां दी सेवा की है, तीजी सेवा की है गुरसिखां दी सेवा, रब दे प्यारियां दी, संतां दी, महापुरुषां दी सेवा। ते कहंदे ने किड्डा बचन कीता गुरु हरगोबिंद महाराज ने गुरसिखां दे प्यार विच। पातशाह ने भरे दीवान विच आखिया, मेरी संगत रात आई ओ भुखी सुती, जे ए मठियाई मेरी संगत वास्ते नहीं ते संगत जी ए मठियाई बरात भी नहीं खा सकती, ये बरात दे मुंह विच भी नहीं पवेगी। जे संगत वास्ते नहीं ते किसे वास्ते नहीं। सच जानना गुरमुखो, जदों आप जी जानते हो बीबी दामोदरी जी, बीबी वीरो जी की शादी है ते माफ करना उस समय धन गुरु हरगोबिंद साहिब सच्चे पातशाह महाराज ने ते अचानक जंग लगती, पहली जंग हुंदी है। बीबी वीरो जी की शादी किसी होर स्थान ते जाके हुंदी है ते इधर जिहड़ी ये मठियाई है ना, जो पातशाह ने कहा जे संगत नहीं खा सकती, जे गुरसिख नहीं खा सकते तेनू तुरक खाणगे। ओही गल होई, सतगुरु दा वचन पूरा होया। ओ मठियाई फिर तुरकां ने खाधी गुरमुखो। ओ मठियाई फिर किसी बरात दे जी दे मुंह विच नहीं पई। पातशाह ने कहा गुरसिखां दी सेवा सब तो वड्डी सेवा है। जे कोई मेरा सिख किसी दूसरे सिख नूं बड़े प्यार नाल मिलदा है, उनकी आओ भगत करदा है, उन्होंने जी करके बुलाउंदा है, उनकी सेवा करदा है, उन्होंने प्रसादा छकाउंदा है, ते मैं उसदे उत्ते बड़ा प्रसन्न हाँ, मैं उसदे उत्ते बड़ा खुश हाँ। ताई साडे अंदर सिख धर्म अंदर मर्यादा बनी। प्यारे हो, आप अपने घरां विच सिखां नूं बुलाउने आ, कोई एक सिख बुलाउंदा है प्रसादा छकाउंदा है, कोई परिवार की भावना हुंदी दो बुलाउंदा है, पंज बुलाउंदा है, उन्हां नूं बुला के प्रसादा छकाउने आपां तैयार करके अरदास करवाउने आ। तां क्योंकि सतगुरु ने सानू हुक्म दिता है, यह है तीसरे प्रकार की सेवा गुरसिखां की सेवा। हुण है चौथे प्रकार की सेवा मानवता की सेवा। मानवता की सेवा की है? आओ पहला धन गुरु ग्रंथ साहिब जी की बाणी चो दर्शन करिए, फिर आप इतिहास की एक साखी कह के समाप्ति करनी है। ये बड़ी जरूरी साखी है गुरमुखो। ओ की पहला बाणी चो दर्शन करिए, मानवता की सेवा की है, बड़ी जरूरी है। पातशाह ने कहा जिथे तीन प्रकार की तू सेवा की, तू परमात्मा की सेवा की, गुरु की सेवा की, रब दे प्यारे संतां महापुरुषां गुरसिखां की सेवा की, उथे जे मानवता की सेवा ना की ते अजे असी प्रसन्न नहीं। मानवता की सेवा की? पातशाह ने कहा बाणी दे अंदर विच दुनिया सेव कमाईए, तां दरगाह बैसन पाईए। महाराज ने कहा विच दुनिया सेव कमाईए, दुनिया दे विच लोड़वंदां दी मदद करनी है। जदों भी किसी नूं लोड़ पई, किसी चीज़ की जरूरत पई, उस लोड़वंद दी तू मदद करनी है। मैं छोटी जी उदाहरण अजोके समय की दे दियां गुरमुखो। पिछली आपां ज़्यादा गल नहीं करनी, कोरोना काल तो शुरू होईए। कोरोना काल का समा आया जिथे सब धर्मां दा असीं सत्कार करदे हां। सारे धर्मां ने अपना अपना जोर लाया, सारे उन्हां दे सोशल वर्करां ने जोर लाया अपना अपना भी असीं कोरोना काल विच लोड़वंदां दी सेवा करिए। पर साडा सिख धर्म दा, साडा सिखां दा मां नाल सिर उच्चा हुंदा है, सानू कहण विच कोई गुरेज नहीं। साडा जिहड़ा सिर फकर नाल मां नाल महसूस करदा है कि कोरोना काल दा भावें समा आया, उदों सिखां ने जे गुरु नानक दे प्यारियां ने सिखां ने उस मौत दे अंदर भी जदों लोग रिश्तेदार एक दूजे नूं मिलन तो डरदे सन, एक दूजे नूं हथ लाण तो डरदे सन, उदों गुरु नानक दे सिखां ने भावें वो प्रसादे दा लंगर होवे, भावें वो दवाइयां दा लंगर होवे, भावें वो ऑक्सीजन दा लंगर होवे, वरदी मौत दे विच भी
ਕਰੋਨਾ ਕਾਲ ਦੇ ਵਿੱਚ ਵੀ ਗੁਰੂ ਨਾਨਕ ਦੇ ਸਿੱਖਾਂ ਨੇ ਆਪਣਾ ਨਾਮ ਕਮਾਇਆ ਹੈ ਸੇਵਾ ਕਰਕੇ। ਕਿਸੇ ਲੈਣ ਦੀ ਭਾਵਨਾ ਤੋਂ ਰਹਿਤ ਹੋ ਕੇ ਕੇਵਲ ਦੇਣ ਦੀ ਭਾਵਨਾ ਦੇ ਨਾਲ ਗੁਰਸਿੱਖਾਂ ਨੇ, ਗੁਰੂ ਦੇ ਪਿਆਰਿਆਂ ਨੇ, ਇਹ ਗੁਰੂ ਨਾਨਕ ਦੇ ਸਿੱਖਾਂ ਨੇ, ਜਿਸ ਤੋਂ ਅੱਜ ਤੱਕ ਲੋਕ ਜਿਹਨੂੰ ਜਰਾਇਮ ਪੇਸ਼ਾ ਕੌਮ ਕਹਿੰਦੇ ਨੇ, ਜਿਸ ਤੋਂ ਵੇਖਣ ਨੂੰ ਇਹ ਵੇਖ ਨਹੀਂ ਸਕਦੇ, ਉਸ ਕੌਮ ਨੇ ਕਰੋਨਾ ਕਾਲ ਦੇ ਸਮੇਂ ਵੀ ਆਪਣੀ ਜੋ ਬਹਾਦਰੀ ਦਿਖਾਈ, ਸੇਵਾ ਦਿਖਾਈ ਤੇ ਸੰਸਾਰ ਵਿੱਚ ਆਪਣਾ ਨਾਮ ਉੱਚਾ ਕੀਤਾ। ਜੇ ਅੱਜ ਗੱਲ ਆਈ ਯੂਕਰੇਨ ਦੀ ਧਰਤੀ ਤੇ, ਜਿੱਥੇ ਲੋਕ ਗੋਲੀਆਂ ਦੇ ਵਿੱਚ ਮੌਤ ਤੋਂ ਆਪਣੀ ਜਾਨਾਂ ਬਚਾਉਂਦੇ ਨੇ, ਅੱਜ ਖਾਲਸਾ ਐਡ ਵਾਲੇ ਉਹ ਗੁਰੂ ਨਾਨਕ ਦੇ ਸਿੱਖ ਮਾਨਵਤਾ ਦੀ ਸੇਵਾ ਕਰਨ ਵਾਲੇ, ਉਹਨਾਂ ਵਰਦੀਆਂ ਗੋਲੀਆਂ 'ਚ ਵੀ ਗੁਰੂ ਨਾਨਕ ਦਾ ਉਹ 20 ਰੁਪਈਆਂ ਦਾ ਲੰਗਰ ਲੈ ਕੇ ਯੂਕਰੇਨ ਦੀ ਧਰਤੀ ਤੇ ਪਹੁੰਚ ਗਏ। ਉੱਥੋਂ ਦੀਆਂ ਜਿਹੜੀਆਂ ਕੁੜੀਆਂ ਉਹ ਜਿਨ੍ਹਾਂ ਨੇ ਕਹਿ ਦਿੱਤਾ ਵੀ ਅਸੀਂ ਬੜੀਆਂ ਆਵਾਜ਼ਾਂ ਲਗਾਈਆਂ, ਸਾਡੀ ਕਿਸੇ ਨੇ ਮਦਦ ਨਹੀਂ ਕੀਤੀ, ਸਰਕਾਰਾਂ ਨੇ ਮਦਦ ਨਹੀਂ ਕੀਤੀ, ਜੇ ਸਾਨੂੰ ਬਾਰਡਰ ਤੋਂ ਕਿਸੇ ਨੇ ਪਾਰ ਕਰਾਇਆ ਉਹ ਖਾਲਸਾ ਐਡ ਵਾਲਿਆਂ ਨੇ ਕਰਵਾਇਆ ਹੈ। ਕੇਵਲ ਇਹ ਗੁਰੂ ਨਾਨਕ ਦੇ ਸਿੱਖਾਂ ਦੇ ਹਿੱਸੇ ਸੇਵਾ ਹੀ। ਗੁਰਮੁਖੋ, ਸਾਡਾ ਸਿਰ ਮਾਣ ਨਾਲ ਉੱਚਾ ਹੋਣਾ ਚਾਹੀਦਾ ਹੈ। ਇਹ ਸਾਨੂੰ ਗੁਰੂ ਨਾਨਕ ਨੇ ਸਾਡੀ ਝੋਲੀ ਵਿੱਚ ਦਾਤ ਪਾਈ ਹੈ। ਸਿੱਖ ਫਿਰ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ। ਜਦੋਂ ਮਾਨਵਤਾ ਦੀ ਸੇਵਾ ਦੀ ਗੱਲ ਆਏ, ਇਹ ਹੈ ਮਾਨਵਤਾ ਦੀ ਸੇਵਾ। ਪਾਤਸ਼ਾਹ ਨੇ ਕਿਹਾ ਤੇਰਾ ਕੋਈ ਵੀ ਕੀਤਾ ਹੋਵੇ, ਤੂੰ ਵਕੀਲ ਹੋਵੇਂ, ਡਾਕਟਰ ਹੋਵੇਂ, ਕੁਝ ਵੀ ਹੋਵੇਂ, ਜਿੱਥੇ ਕੋਈ ਤੇਰੇ ਕੋਲ ਲੋੜਵੰਦ ਆ ਗਿਆ, ਜੇ ਤੂੰ ਉਸ ਦੀ ਸੇਵਾ ਕਰ ਦਿੱਤੀ, ਉਸ ਦੀ ਮਦਦ ਕਰ ਦਿੱਤੀ, ਇਹ ਉਸ ਦੀ ਮਦਦ ਨਹੀਂ, ਇਹ ਗੁਰੂ ਦੀ ਸੇਵਾ ਹੈ।